खेत जुगो जुग अटल चवर छत्र तखत दे मालक लोक परलोक दे रखियक धन धन श्री गुरु ग्रंथ साहिब महाराज जी दी पावन पवित्र निगी गोद अंदर सुभाईमान गुरु प्यारे सत संगी जनो वडभागे हो जो सतगुरु जी दी पावन पवित्र गोद च बैठ के पवित्र बाणी पढ़ सुन के समा सफला कर रहे हो। सो अज असीं सारे ही ਸਾਹਿਬ श्री गुरु तेग बहादुर महाराज ਅਤੇ ਉਹਨਾਂ ਦੇ ਨਾਲ ਉਹਨਾਂ ਦੇ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਮਨਾ ਰਹੇ ਹਾਂ, ਜਿਸ ਸੰਬੰਧ ਦੇ ਵਿੱਚ ਸੰਧਿਆ ਵੇਲੇ ਦੇ ਕੀਰਤਨ ਦਰਬਾਰ ਆਪ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਜਾਏ ਗਏ। ਦਾਸਰੇ ਤੋਂ ਪਹਿਲਾਂ ਭਾਈ ਸਾਹਿਬ ਹੁਣਾਂ ਨੇ ਗੁਰਬਾਣੀ ਦੇ ਹਰਜਿਸ ਕੀਰਤਨ ਸਰਵਣ ਕੀਤੇ ਹਨ। ਸੋ ਆਪਣੇ ਪਾਸ ਲਗਭਗ 25 ਮਿੰਟ ਦਾ ਸਮਾਂ ਹੈ। ਰੋਜ਼ਾਨਾ ਹੁਣ ਆਪ ਜੀ ਨੂੰ ਸ਼ਾਮ ਦੇ ਦੀਵਾਨਾਂ 'ਚ ਗੁਰ ਇਤਿਹਾਸ ਨਾਲ ਸਾਂਝ ਪਾਵਾਂਗੇ। ਆਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਣ ਗਾਈਏ ਤੇ ਨਾਲ ਹੀ ਸਤਿਗੁਰੂ ਜੀ ਦੀ ਸ਼ਹਾਦਤ ਕੀ ਰੰਗ ਲੈ ਕੇ ਆਈ ਇਸ ਹਿੰਦੁਸਤਾਨ ਦੀ ਧਰਤੀ ਤੇ, ਜੁਰਮ ਕਰਨ ਵਾਲਿਆਂ ਦਾ ਕਿਵੇਂ ਨਾਸ ਹੋਇਆ, ਇਹ ਸਾਰੇ ਇਤਿਹਾਸ ਨਾਲ ਜੁੜਨਾ ਕਰੀਏ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਆਪਣੀ ਤੇ ਦਾਸਰੇ ਦੀ ਹਾਜ਼ਰੀ ਗੁਰ ਚਰਨਾਂ 'ਚ ਲਗਾਉਂਦੇ ਹੋਏ ਫਤਿਹ ਪ੍ਰਵਾਨ ਕਰੋ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਕਵੀ ਨੇ ਆਖਿਆ, ਸ਼ਹੀਦ ਕੀ ਜੋ ਮੌਤ ਹੈ वो कौम की हयात है। ਹਯਾਤ ਕਹਿੰਦੇ ਨੇ ਜ਼ਿੰਦਗੀ ਨੂੰ, ਉਰਦੂ ਦਾ ਸ਼ਬਦ ਹੈ। शहीद की जो मौत है वो कौम की हयात है, हयात तो हयात ये मौत भी हयात है। कहते शहीद की मौत कौमां की जिंदगी होया करती है। जिंदगी ते जिंदगी हुंदी है, शहीदां दी मौत भी जिंदगी होया करती, जिहड़ी सुत्तियां कौमां नूं, बुझदिलां कौमां नूं जिंदगी जीउण दा ढंग सिखा जांदियां। उन्हां विचों ही अज दी इह घटना जिहड़ी है बहुत ही यूनीक घटना है। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦੀ। ਹਿੰਦੁਸਤਾਨ ਦੀ ਧਰਤੀ ਤੇ ਜਦ ਔਰੰਗਜ਼ੇਬ ਆਪਣੇ ਪਿਤਾ ਦਾ ਕਤਲ ਕਰਕੇ, ਸਲਾਖਾਂ 'ਚ ਬੰਦ ਕਰਕੇ, ਭਰਾਵਾਂ ਦਾ ਕਤਲ ਕਰਕੇ ਤਖਤ ਦੇ ਉੱਤੇ ਜ਼ਬਰਦਸਤੀ ਬੈਠਦਾ ਹੈ, ਬੈਠਦਿਆਂ ਸਾਰ ਹੀ ਇਸ ਨੇ ਆਪਣੇ ਬਗਾਵਤ ਕਰਨ ਵਾਲੇ ਮੌਲਵੀ, ਕਾਜੀ, ਆਪਣੇ ਹੀ ਧਰਮ ਦੇ ਹੋਰ ਬਹੁਤ ਸਾਰੇ ਸੂਫੀਆਂ ਨੂੰ, ਫਕੀਰਾਂ ਨੂੰ ਦੱਬਿਆ, ਉਹਨਾਂ ਨੂੰ ਬੰਦੀ ਬਣਾਇਆ। ਆਪਣੇ ਧਰਮ ਦਾ, ਆਪਣੇ ਰਾਜ ਦਾ ਜਦੋਂ ਇਸਨੇ ਸਿੱਕਾ ਕਾਇਮ ਕੀਤਾ ਤੇ ਫਿਰ ਇਸਨੇ ਇਸ ਹਿੰਦੁਸਤਾਨ ਦੇ ਵੱਲ, ਦੂਜੇ ਧਰਮਾਂ ਵੱਲ ਵੇਖਿਆ। 1669 ਈਸਵੀ ਦੀ ਘਟਨਾ ਹੈ। ਮੈਕਾਲਫ ਲਿਖਦਾ ਹੈ ਕਿ ਜਦ ਆਪਣੇ ਰਾਜ ਭਾਗ ਨੂੰ ਪੱਕਾ ਕਰਨ ਤੋਂ ਬਾਅਦ ਔਰੰਗਜ਼ੇਬ ਨੇ ਇੱਕ ਸਰਕੂਲਰ ਦੇ ਵਿੱਚ ਇਹ ਲਿਖ ਕੇ ਆਪਣੇ ਅਹਿਲਕਾਰਾਂ ਨੂੰ, ਸੈਨਾਪਤੀਆਂ ਨੂੰ ਮੈਸੇਜ ਦਿੱਤਾ ਹੈ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸਿਰਫ ਤਾਂ ਸਿਰਫ ਇੱਕ ਧਰਮ ਰੱਖਣਾ ਹੈ, ਉਹ ਹੋਵੇਗਾ ਇਸਲਾਮ ਧਰਮ। ਤੇ ਮੈਕਾਲਫ ਇਹ ਵੀ ਲਿਖਦਾ ਹੈ ਕਿ ਸਿਰਫ ਤਾਂ ਸਿਰਫ ਸੁੰਨੀ ਧਰਮ ਹੀ ਜਿਹੜਾ ਹੈ, ਕਿਉਂਕਿ ਮੁਸਲਮਾਨਾਂ ਦੇ ਵਿੱਚ ਵੀ ਦੋ ਹਨ, ਸ਼ੀਆ ਸੁੰਨੀ, ਤੇ ਇਹਦਾ ਜਿਹੜਾ ਮੇਨ ਮਕਸਦ ਸੀਗਾ ਸੁੰਨੀ ਹੀ ਧਰਮ ਦਾ ਜਿਹੜਾ ਸੀਗਾ ਉਹ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਰਾਜ ਸਥਾਪਿਤ ਕਰਨਾ, ਜਿਹਦੇ ਕਰਕੇ ਨੇ ਆਪਣੇ ਧਰਮ ਦੇ ਵਿੱਚ ਵੀ ਜਿਹੜੇ ਸੂਫੀ, ਫਕੀਰ, ਮੌਲਵੀ, ਹੋਰ ਕਾਜੀ ਸਨ, ਜਿਹੜੇ ਇਹਦੇ ਬਗਾਵਤ ਦੇ ਵਿੱਚ ਸਨ, ਉਹਨਾਂ ਨੂੰ ਇਸ ਨੇ ਬੰਦੀ ਬਣਾਇਆ। ਇਹਨੇ ਇੱਕ ਹੁਕਮ ਜਿਹੜਾ 1669 ਨੂੰ ਜਾਰੀ ਕੀਤਾ, ਉਹਦੇ ਮੁਤਾਬਕ ਹਿੰਦੂ ਧਰਮ ਦੇ ਜਿੰਨੇ ਵੀ ਧਾਰਮਿਕ ਸਥਾਨ ਸਨ ਉਹਨਾਂ ਨੂੰ ਢਾਹ ਢੇਰੀ ਕਰ ਦੇਣਾ। ਹਿੰਦੁਸਤਾਨ ਦੀ ਧਰਤੀ ਤੇ ਸਾਰੀਆਂ ਪਾਠਸ਼ਾਲਾ ਨੂੰ ਬੰਦ ਕਰਵਾ ਦਿੱਤਾ। ਬੈਨਰਜੀ ਲਿਖਦਾ ਕਿ ਦਿੱਲੀ ਦੀ ਧਰਤੀ ਤੋਂ ਆਰੰਭਿਆ ਇਹ ਕਾਰਜ ਦਿੱਲੀ ਦੇ ਆਲੇ ਦੁਆਲੇ ਦੇ ਨੇ ਮੰਦਰ ਢਾਉਣੇ ਆਰੰਭ ਕੀਤੇ। ਇਹਨੇ ਸਰ ਤਾਲ ਸਾਰੇ ਪੂਰ ਦਿੱਤੇ। ਇੱਥੋਂ ਤੱਕ ਇਸਨੇ ਹਿੰਦੂ ਵੀਰਾਂ ਦੇ ਮਥੁਰਾ ਵਰਗੇ ਜਿਹੜੇ ਸ਼ਹਿਰ ਸਨ, ਵੱਡੇ ਮੰਦਰ ਸਨ, ਉਹਨਾਂ ਨੂੰ ਢਾਹ ਢੇਰੀ ਕਰਨਾ ਆਰੰਭ ਕਰ ਦਿੱਤਾ। ਇਲਾਹਾਬਾਦ ਦੇ ਸਭ ਤੋਂ ਵੱਡੇ ਸਥਾਨ ਦੇ ਉੱਤੇ ਇਹਨੇ ਜਾ ਕੇ ਧਾਰਮਿਕ ਵੀਰਾਂ ਦੇ ਉੱਤੇ ਜਿਹੜਾ ਸੀਗਾ ਬਹੁਤ ਜ਼ਿਆਦਾ ਅਤਿਆਚਾਰ ਕੀਤਾ।
ਬਸ ਇਹਦਾ ਇੱਕ ਹੀ ਹੁਕਮ ਸੀਗਾ ਕਿ ਜਿੰਨਾ ਵੀ ਹਿੰਦੁਸਤਾਨ ਤੇ ਹਿੰਦੂ ਜਾਂ ਹੋਰ ਧਰਮ ਹੈ ਉਹ ਇਸਲਾਮ ਦੇ ਵਿੱਚ ਆਵੇ। ਜਿਹੜੇ ਇਸਲਾਮ ਨੂੰ ਕਬੂਲ ਕਰਨਗੇ, ਇਸਲਾਮ ਧਰਮ ਦੇ ਵਿੱਚ ਆ ਜਾਣਗੇ, ਉਹਨਾਂ ਨੂੰ ਜ਼ਿੰਦਗੀ ਹੈ, ਬਾਕੀ ਸਾਰਿਆਂ ਨੂੰ ਸਜ਼ਾਏ ਮੌਤ ਹੈ। ਇੱਥੋਂ ਤੱਕ ਇਤਿਹਾਸਕਾਰ ਲਿਖਦੇ ਹਨ ਕਿ ਇਸ ਨੇ ਇਸਲਾਮ ਧਰਮ ਦੇ ਲੋਕਾਂ ਦੇ ਟੈਕਸ ਘਟਾ ਦਿੱਤੇ, ਘੱਟ ਕਰਦੇ ਕਰਦੇ ਬੰਦ ਕਰ ਦਿੱਤੇ ਤੇ ਹਿੰਦੂ ਵੀਰਾਂ ਦੇ ਉੱਤੇ ਟੈਕਸ ਵਧਾ ਦਿੱਤੇ। ਜੋ ਜਜ਼ੀਆ ਟੈਕਸ ਅਕਬਰ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਤੇ ਬੰਦ ਕੀਤਾ ਸੀ ਹਿੰਦੁਸਤਾਨ ਦੀ ਧਰਤੀ ਤੇ, ਚਾਹੇ ਉਹ ਟੈਕਸ ਬਹੁਤ ਘੱਟ ਮਾਤਰਾ ਚ ਹੁੰਦਾ ਸੀ, ਲੇਕਿਨ ਉਸ ਟੈਕਸ ਦੇ ਕੁਝ ਨਿਯਮ ਹੁੰਦੇ ਸਨ। ਜਜ਼ੀਆ ਟੈਕਸ ਕਿ ਆਪ ਜਾ ਕੇ ਜਮ੍ਹਾਂ ਕਰਨਾ ਪੈਂਦਾ ਸੀ, ਤੇ ਜਦੋਂ ਜਮ੍ਹਾਂ ਕਰਨ ਜਾਂਦੇ ਸਨ ਉਦੋਂ ਉਹਨਾਂ ਨੂੰ ਬੜਾ ਹੀ ਧੀਆਂ ਭੈਣਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਕਬਰ ਪਾਸੋਂ ਟੈਕਸ ਜਿਹੜਾ ਸੀ ਬੰਦ ਕਰਵਾਇਆ। ਮੁੜ ਇਸ ਨੇ ਉਹ ਟੈਕਸ ਤੱਕ ਲਾਗੂ ਕਰਵਾ ਦਿੱਤੇ। ਇਸ ਨੇ ਸੋਚਿਆ ਕਿ ਇਹ ਤੇ ਬਹੁਤ ਮੁਸ਼ਕਲ ਕੰਮ ਹੈ ਕਿ ਸਾਰੇ ਇਸਲਾਮ ਇਸ ਹਿੰਦੁਸਤਾਨ ਦੇ ਸਾਰੇ ਹਿੰਦੂਆਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਵਾਂ। ਤੇ ਇੱਥੋਂ ਤੱਕ ਇਤਿਹਾਸਕਾਰ ਲਿਖਦੇ ਨੇ ਕੱਲੇ ਹਿੰਦੂ ਧਰਮ ਤੇ ਹੀ ਨਹੀਂ, ਇਸ ਨੇ ਸਿੱਖ ਧਰਮ ਦੇ ਉੱਤੇ ਵੀ ਅਤਿਆਚਾਰ ਕਰਨੇ ਆਰੰਭ ਕੀਤੇ। ਇਹਨੇ ਜਿੱਥੇ ਮੰਦਿਰ ਢਾਏ ਉੱਥੇ ਗੁਰਦੁਆਰੇ ਸਾਹਿਬ ਵੀ ਢਾਉਣੇ ਆਰੰਭ ਕਰ ਦਿੱਤੇ, ਕਿਉਂਕਿ ਇਹ ਨਹੀਂ ਸੀ ਚਾਹੁੰਦਾ ਕਿ ਮੁਸਲਮਾਨ ਇਸਲਾਮ ਧਰਮ ਤੋਂ ਬਿਨਾਂ ਹੋਰ ਕੋਈ ਧਰਮ ਹੋਵੇ। ਲੇਕਿਨ ਸੱਚ ਤਾਂ ਇਹ ਹੈ ਕਿ ਉਸ ਸਮੇਂ ਇਸ ਨੇ ਜਿੱਥੇ ਹਿੰਦੂ ਵੀਰਾਂ ਦੇ ਉੱਤੇ ਬਹੁਤ ਅਤਿਆਚਾਰ ਕੀਤੇ, ਮੰਦਿਰ ਢਾਏ, ਪਾਠਸ਼ਾਲਾ ਬੰਦ ਕਰ ਦਿੱਤੀਆਂ, ਜੰਜੂ ਜਨੇਊ ਉਤਾਰਨੇ ਆਰੰਭ ਕਰ ਦਿੱਤੇ, ਤੇ ਨਾਲ ਨਾਲ ਇਸਨੇ ਸਿੱਖਾਂ ਦੇ ਉੱਤੇ ਵੀ ਅਤਿਆਚਾਰ ਬਰਾਬਰ ਕਰਨਾ ਆਰੰਭ ਕੀਤਾ। ਲੇਕਿਨ ਉਹ ਗੱਲ ਵੱਖਰੀ ਸੀਗੀ ਕਿ ਉਸ ਸਮੇਂ ਇਸ ਧਰਤੀ ਦੇ ਉੱਤੇ ਅਜੇ ਸਿੱਖ ਬਹੁ ਗਿਣਤੀ 'ਚ ਨਹੀਂ ਸਨ, ਤੇ ਜਿਹਦੇ ਕਰਕੇ ਜ਼ਿਆਦਾ ਇਹਦਾ ਜਿਹੜਾ ਮੇਨ ਟਾਰਗੇਟ ਉਹ ਹਿੰਦੂ ਧਰਮ ਤੇ ਸੀ। ਕਿਸੇ ਨੇ ਇਸ ਨੂੰ ਸਲਾਹ ਦਿੱਤੀ ਕਿ ਕਸ਼ਮੀਰ ਦੇ ਪੰਡਤਾਂ ਨੂੰ ਪਹਿਲਾਂ ਜਿਹੜਾ ਹੈ ਉਹ ਇਸਲਾਮ ਦੇ ਵਿੱਚ ਲਿਆਂਦਾ ਜਾਵੇ। ਉਹਦੇ ਵੀ ਕਈ ਕਾਰਨ ਸਨ। ਪਹਿਲੀ ਗੱਲ ਕਿ ਕਸ਼ਮੀਰ ਦੀ ਧਰਤੀ ਦੇ ਉੱਤੇ ਸਭ ਤੋਂ ਪੜ੍ਹੇ ਲਿਖੇ ਵਿਦਵਾਨ ਪੰਡਤ ਰਹਿੰਦੇ ਸਨ। ਦੂਸਰੀ ਗੱਲ, ਵਿਦਵਾਨਾਂ ਦਾ ਇਹ ਵੀ ਮੰਨਣਾ ਕਿ ਉੱਥੋਂ ਦੇ ਪੰਡਤ ਜਿਹੜੇ ਕੁਝ ਲਾਲਚੀ ਬਿਰਤੀ ਦੇ ਵੀ ਸਨ, ਤੇ ਇਹਨੇ ਸੋਚਿਆ ਕਈਆਂ ਨੂੰ ਲਾਲਚ ਦੇ ਕੇ, ਕਈਆਂ ਨੂੰ ਡਰ ਦੇ ਕੇ ਜੇ ਕਸ਼ਮੀਰ ਦੇ ਪੰਡਤ ਸਾਰੇ ਇਸਲਾਮ ਦੇ ਵਿੱਚ ਆ ਗਏ ਤੇ ਆਮ ਜਨਤਾ, ਅਨਪੜ੍ਹ ਜਨਤਾ ਜਿਹੜੀ ਹੈ ਉਹ ਸਾਰੇ ਖੁਦ ਜਿਹੜਾ ਹੈ ਇਸਲਾਮ ਨੂੰ ਕਬੂਲ ਕਰ ਲੈਣਗੇ। ਕਿਉਂਕਿ ਹਿੰਦੁਸਤਾਨ ਦਾ ਇਹ ਦੁਖਾਂਤ ਰਿਹਾ ਹੈ ਕਿ ਸਾਰੀ ਜਨਤਾ ਪੰਡਤ ਨੂੰ, ਬ੍ਰਾਹਮਣ ਨੂੰ ਆਪਣਾ ਗੁਰੂ ਮੰਨਦੀ ਸੀ, ਤੇ ਜੋ ਇਹਨਾਂ ਦੇ ਮੇਨ ਮੰਦਰ ਵਿਸ਼ਵਨਾਥ ਤੋਂ ਜੋ ਹੁਕਮ ਹੁੰਦੇ ਸਨ, ਜਿੱਦਾਂ ਸਾਡੇ ਸਿੱਖਾਂ ਵਾਸਤੇ ਅਕਾਲ ਤਖਤ ਤੋਂ ਜੋ ਹੁਕਮ ਸਿਰ ਮੱਥੇ, ਐਵੇਂ ਹੀ ਇਹਨਾਂ ਦਾ ਪਾਕਿਸਤਾਨ ਜੋ ਕਸ਼ਮੀਰ ਦੀ ਧਰਤੀ ਤੇ ਵਿਸ਼ਵਨਾਥ ਮੰਦਿਰ, ਉੱਥੋਂ ਜੋ ਇਹਨਾਂ ਦੇ ਪੰਡਤ ਪਾਂਡੇ ਬ੍ਰਾਹਮਣ ਹੁਕਮ ਕਰਦੇ ਸਨ, ਸਾਰਾ ਹਿੰਦੁਸਤਾਨ ਉਸ ਨੂੰ ਨਤਮਸਤਕ ਕਰਕੇ ਮੰਨਦਾ ਸੀ। ਇਸ ਕਰਕੇ ਕਸ਼ਮੀਰ ਦੇ ਪੰਡਤਾਂ ਤੇ ਇਹਨੇ ਜੁਰਮ ਢਾਉਣਾ ਆਰੰਭ ਕਰ ਦਿੱਤਾ। ਉੱਥੇ ਉਚੇਜੇ ਤੌਰ ਤੇ ਆਪਣਾ ਗਵਰਨਰ ਸ਼ੇਰ ਅਫਗਨ ਖਾਨ ਨੂੰ ਥਾਪਦਾ ਹੈ, ਤੇ ਉਸ ਨੂੰ ਇਸ ਨੇ ਪੂਰੀ ਖੁੱਲ੍ਹ ਦੇ ਦਿੱਤੀ ਕਿ ਜਿਵੇਂ ਵੀ ਹੋਵੇ ਤੂੰ ਉਵੇਂ ਸਾਰੇ ਕਸ਼ਮੀਰੀ ਪੰਡਤਾਂ ਨੂੰ ਇਸਲਾਮ ਧਰਮ 'ਚ ਲੈ ਕੇ ਆ। ਆਪ ਇਹ ਕਾਬਲ ਵੱਲ, ਪਿਸ਼ੌਰ ਵੱਲ ਹੋਈ ਬਗਾਵਤ ਨੂੰ ਉਸ ਸਮੇਂ ਦਬਾਉਣ ਵਾਸਤੇ ਫੌਜ ਲੈ ਕੇ ਔਰੰਗਜ਼ੇਬ ਚਲਾ ਜਾਂਦਾ ਹੈ। ਕਹਿਣ ਲੱਗੇ ਕਿ ਬਹੁਤ ਉਸ ਅਫਗਨ ਖਾਨ ਨੇ ਬਹੁਤ ਜੁਰਮ ਕੀਤੇ ਕਸ਼ਮੀਰ ਦੀ ਧਰਤੀ ਤੇ, ਬਹੁਤ ਸਾਰੇ ਪੰਡਤਾਂ ਬ੍ਰਾਹਮਣਾਂ ਦੇ ਕਤਲ ਕੀਤੇ ਗਏ। ਅੱਜ ਵੀ ਜੋ ਝੀਲ ਕਸ਼ਮੀਰ ਲੋਕ ਦੇਖਣ ਜਾਂਦੇ ਹਨ, ਦੋ ਪੰਡਤਾਂ ਬ੍ਰਾਹਮਣਾਂ ਨੂੰ ਇਕੱਠੇ ਬੰਨ ਕੇ ਤੇ ਝੀਲ ਦੇ ਅੰਦਰ ਸੁੱਟ ਦਿੱਤਾ ਜਾਂਦਾ ਸੀ। ਇੱਥੋਂ ਤੱਕ ਉਹ ਸ਼ੇਰ ਅਫਗਨ ਖਾਨ ਕਹਿੰਦਾ ਸੀ ਜੇ ਮੈਂ ਥੁੱਕਣਾ ਵੀ ਹੈ ਤੇ ਤੁਸੀਂ ਮੂੰਹ ਖੋਲੋਗੇ, ਤੁਹਾਡੇ ਮੂੰਹ 'ਚ ਥੁੱਕਾਂਗਾ। ਇੱਥੋਂ ਤੱਕ ਬੇਇੱਜ਼ਤ ਕੀਤਾ ਗਿਆ। ਇਹਨਾਂ ਦੇ ਮੰਦਿਰ ਢਾ ਦਿੱਤੇ ਗਏ, ਜਨੇਊ ਉਤਾਰਨੇ ਆਰੰਭ ਕਰ ਦਿੱਤੇ ਗਏ। ਬਹੁਤ ਹੀ ਲੁਕ ਛਪ ਕੇ ਹੀ ਹਿੰਦੂ ਜਿਹੜੇ ਸਨ ਆਪਣੇ ਘਰਾਂ ਦੇ ਅੰਦਰ ਰਹਿਣ ਲੱਗ ਪਏ। ਚਾਰੇ ਬੰਨੇ ਡਰ ਦਾ ਮਾਹੌਲ ਬਣ ਗਿਆ। ਤੇ ਕਿਸੇ ਨੇ ਆਖਿਆ ਕਿ ਇਹ ਤੇ ਬੜਾ ਔਖਾ ਹੈ, ਚਲੋ ਵੱਖਰੀਆਂ ਸਾਖੀਆਂ। ਕਿਸੇ ਨੇ ਆਖਿਆ ਸੋਮਨਾਥ ਮੰਦਿਰ ਵਿਖੇ ਇਹਨਾਂ ਨੇ ਜਾ ਕੇ ਯੱਗ ਕੀਤਾ, ਬੇਨਤੀ ਕੀਤੀ, ਉੱਥੋਂ ਇਹਨਾਂ ਨੂੰ ਭਵਿੱਖ ਬਾਣੀ ਹੋਈ ਕਿ ਜੇ ਤੁਹਾਡੇ ਧਰਮ ਦਾ ਬੇੜਾ ਕੋਈ ਬਚਾ ਸਕਦਾ ਤੇ ਉਹ ਗੁਰੂ ਨਾਨਕ ਦਾ ਘਰ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਟਾਈਮ ਸਬਾਈਮਾਨ ਹਨ। ਆਖਿਰਕਾਰ
ਪੰਡਿਤ ਕਿਰਪਾਲ ਚੰਦ ਜੀ ਜਿਹੜੇ ਸਨ, ਉਹ ਆਪਣੀ ਅਗਵਾਈ ਦੇ ਵਿੱਚ ਕੁਝ ਪੰਡਿਤ ਕਸ਼ਮੀਰੀ ਪੰਡਤਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਕਹਿਣ ਲੱਗੇ ਕਿ ਜਦੋਂ ਆਨੰਦਪੁਰ ਸਾਹਿਬ ਪੁੱਜੇ ਹਨ ਤੇ ਆਨੰਦਪੁਰ ਸਾਹਿਬ ਜਦੋਂ ਉਹ ਰੋਂਦੇ ਪੰਡਿਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਬੈਠ ਕੇ ਉਹਨਾਂ ਨੇ ਸਾਰਾ ਆਪਣਾ ਹਾਲ ਸਤਿਗੁਰੂ ਜੀ ਨੂੰ ਦੱਸਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੋਚ ਵਿਚਾਰ ਕੇ ਉਹਨਾਂ ਦੇ ਹਾਲ ਚਾਲ ਪੁੱਛ ਰਹੇ ਸਨ। ਕਹਿੰਦੇ ਉਹ ਰੋ ਰਹੇ ਸਨ ਆਪਣੇ ਨਾਲ ਹੋ ਰਹੀਆਂ ਹੱਡ ਬੀਤੀਆਂ ਸੁਣਾ ਕੇ। ਉਸ ਸਮੇਂ 9 ਸਾਲ ਦੇ ਗੁਰੂ ਗੋਬਿੰਦ ਰਾਏ ਜੀ ਆ ਕੇ ਕਹਿਣ ਲੱਗੇ, ਪਿਤਾ ਜੀ ਇਹ ਕੌਣ ਹਨ ਜੋ ਐਵੇਂ ਦੁਖਿਆਰੇ ਦੁੱਖ ਦੱਸ ਰੋ ਰਹੇ ਹਨ? ਕਹਿੰਦੇ ਕਸ਼ਮੀਰੀ ਪੰਡਤ ਹਨ। ਸਤਿਗੁਰੂ ਜੀ ਕਹਿਣ ਲੱਗੇ, ਨਾਮ ਅਜੇ ਗੋਬਿੰਦ ਰਾਏ ਹੈ। ਮੇਰੇ ਮਾਲਕ ਬਾਜਾਂ ਵਾਲੇ ਕਹਿਣ ਲੱਗੇ, ਪਿਤਾ ਜੀ ਰੋ ਕਿਉਂ ਰਹੇ ਹਨ? ਕਹਿਣ ਲੱਗੇ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਔਰੰਗਜ਼ੇਬ ਇਹਨਾਂ ਦੇ ਧਰਮ ਨੂੰ ਮਿਟਾ ਦੇਣਾ ਚਾਹੁੰਦਾ ਹੈ, ਬਹੁਤ ਅਤਿਆਚਾਰ ਕਰ ਰਿਹਾ ਹੈ। ਕਹਿਣ ਲੱਗੇ, ਪਿਤਾ ਜੀ ਇਹਨਾਂ ਨੂੰ ਕਹੋ ਕਿ ਸ਼ਸਤਰ ਚੁੱਕਣ, ਆਪਣੇ ਧਰਮ ਦੇ ਖਾਤਰ ਲੜਨ, ਯੁੱਧ ਕਰਨ। ਸਤਿਗੁਰੂ ਜੀ ਕਹਿਣ ਲੱਗੇ, ਗੁਰੂ ਤੇਗ ਬਹਾਦਰ ਬੇਟਾ ਇਹ ਲੜ ਨਹੀਂ ਸਕਦੇ। ਤੇ ਕਹਿਣ ਲੱਗੇ, ਪਿਤਾ ਜੀ ਫਿਰ? ਕਹਿਣ ਲੱਗੇ, ਹੁਣ ਇਹਨਾਂ ਦੇ ਧਰਮ ਨੂੰ ਕੋਈ ਮਹਾਪੁਰਖ ਆਪਣਾ ਸੀਸ ਭੇਟ ਕਰੇ ਤਾਂ ਜਾ ਕੇ, ਕਿਉਂਕਿ ਜਦ ਵੀ ਕਿਸੇ ਨੇ ਆਖਿਆ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਜੁਰਮ ਨੂੰ ਠੱਲ ਪਾਉਣ ਵਾਸਤੇ ਸਤਿਗੁਰੂ ਜੀ ਕਹਿਣ ਲੱਗੇ ਕਿਸੇ ਮਹਾਪੁਰਖ ਦੇ ਸੀਸ ਦੀ ਲੋੜ ਹੈ। ਇਹ ਔਰੰਗਜ਼ੇਬ ਦਾ ਜਿਹੜਾ ਜੁਰਮ ਦਾ ਹੜ ਆ ਰਿਹਾ ਹੈ, ਉਹਦੇ ਪਾਸੇ ਕਿਸੇ ਦਾ ਸੀਸ, ਧਰਮੀ ਪੁਰਖ ਦਾ ਸੀਸ ਪੱਥਰ ਬਣ ਕੇ ਜਦੋਂ ਆ ਖੜਾ ਹੋਵੇਗਾ ਤਾਂ ਇਸ ਹੜ ਨੂੰ ਜਿਹੜਾ ਠੱਲ ਪਵੇਗੀ। ਤੇ ਉਸ ਸਮੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਮਰ 9 ਸਾਲ ਦੀ ਗੋਬਿੰਦ ਰਾਏ ਜੀ ਕਹਿਣ ਲੱਗੇ, ਪਿਤਾ ਜੀ ਤੁਹਾਡੇ ਤੋਂ ਵੱਧ ਕੇ ਇਸ ਸਮੇਂ ਮੇਰੀ ਨਿਗਾਹ 'ਚ ਤੇ ਕੋਈ ਮਹਾਂਪੁਰਖ ਨਹੀਂ ਨਜ਼ਰ ਆ ਰਿਹਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਤੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਜਾਵਾਂ? ਸਤਿਗੁਰੂ ਜੀ ਕਹਿਣ ਲੱਗੇ, ਹਾਂ। ਤੇ ਕਹਿਣ ਲੱਗੇ, ਤੈਨੂੰ ਪਤਾ ਹੈ ਜਾਣ ਦਾ ਮਤਲਬ ਹੈ ਮੁੜ ਕੇ ਨਹੀਂ ਆਉਣਾ। ਤੇ ਇਤਿਹਾਸਕਾਰਾਂ ਨੇ ਵੱਖਰੇ ਵੱਖਰੇ ਇੱਥੇ ਸ਼ਬਦ ਲਿਖੇ। ਕਈਆਂ ਨੇ ਲਿਖਿਆ ਹੈ ਗੁਰੂ ਤੇਗ ਬਹਾਦਰ ਜੀ ਕਹਿੰਦੇ, ਬੇਟਾ ਤੂੰ ਅਨਾਥ ਹੋ ਜਾਵੇਂਗਾ। ਤੇ ਗੋਬਿੰਦ ਰਾਏ 9 ਸਾਲ ਦੀ ਉਮਰ 'ਚ ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਹਿੰਦੁਸਤਾਨ ਦੇ ਲੱਖਾਂ ਕਰੋੜਾਂ ਬੱਚੇ ਅਨਾਥ ਹੋਣ ਤੋਂ ਬਚ ਸਕਦੇ ਹਨ ਤੇ ਮੈਨੂੰ ਅਨਾਥ ਹੋਣਾ ਵੀ ਪ੍ਰਵਾਨ ਹੈ। ਤੁਸੀਂ ਇਹਨਾਂ ਬੱਚਿਆਂ ਦੇ ਅਨਾਥ ਹੋਣ ਤੋਂ ਬਚਾ ਲਵੋ। ਤੇ ਸਤਿਗੁਰੂ ਜੀ ਨੇ ਘੁੱਟ ਕੇ ਆਪਣੇ ਸੁਪੁੱਤਰ, ਆਪਣੇ ਪੁੱਤਰ ਬਾਲ ਗੋਬਿੰਦ ਰਾਏ ਜੀ ਨੂੰ ਗੱਲ ਵਕੜੀ ਪਾਈ। ਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਮੈਂ ਇਹੀ ਚਾਹੁੰਦਾ ਸੀ ਕਿ ਮੇਰਾ ਪੁੱਤਰ ਆਪ ਮੈਨੂੰ ਹੱਸ ਕੇ ਤੋਰੇ ਤੇ ਮੈਂ ਸਮਝ ਜਾਵਾਂ ਕਿ ਆਉਣ ਵਾਲੇ ਭਵਿੱਖ ਦਾ ਸਾਹਮਣਾ ਕਰਨ ਵਾਸਤੇ ਮੇਰਾ ਪੁੱਤਰ ਤਿਆਰ ਹੈ। ਬੜੇ ਹੀ ਸੁਚੱਜੇ ਢੰਗ ਦੇ ਨਾਲ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ, ਚਾਹੇ ਉਮਰ ਛੋਟੀ ਹੈ, ਸਤਿਗੁਰੂ ਜੀ ਨੇ ਆਪਣੇ ਪਿਤਾ ਨੂੰ ਵਿਦਾਇਗੀ ਦਿੱਤੀ ਹੈ। ਇਤਿਹਾਸ ਬੜਾ ਲੰਮੇਰਾ ਹੈ, ਰੋਜ਼ਾਨਾ ਆਪ ਜੀ ਨਾਲ ਸਾਂਝ ਪਾਵਾਂਗੇ। ਆਖਿਰਕਾਰ ਕਹਿਣ ਲੱਗੇ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਪੰਡਤਾਂ ਨੂੰ ਆਖਿਆ ਕਿ ਤੁਸੀਂ ਜਾਓ ਤੇ ਔਰੰਗਜ਼ੇਬ ਨੂੰ ਇਹ ਮੈਸੇਜ ਦੇ ਦਿਓ ਕਿ ਜੇ ਸਾਡੇ ਧਰਮ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਇਸਲਾਮ ਦੇ ਵਿੱਚ ਲੈ ਆਓ ਤੇ ਅਸੀਂ ਸਾਰੇ ਹਿੰਦੂ ਜਿਹੜਾ ਹੈ ਉਹ ਇਸਲਾਮ ਧਰਮ ਦੇ ਵਿੱਚ ਆ ਜਾਵਾਂਗੇ। ਹੁਣ ਇਹ ਇੱਕ ਬਚਨ ਦੇ ਮਤਲਬ ਪਿੱਛੇ ਬਹੁਤ ਸਨ, ਕਿਉਂਕਿ ਪਹਿਲਾਂ ਰਾਜੇ ਮਹਾਰਾਜੇ ਜਦੋਂ ਆਮਣੇ ਸਾਹਮਣੇ ਹੁੰਦੇ ਸਨ ਜਾਂ ਰਾਜਿਆਂ ਦੇ ਸੈਨਾਪਤੀ ਆਮਣੇ ਸਾਹਮਣੇ ਹੁੰਦੇ ਸਨ ਤੇ ਹੱਥੋਂ ਹੱਥੀ ਲੜਨਾ, ਜਿਵੇਂ ਗੁਰੂ ਹਰਗੋਬਿੰਦ ਮਹਾਰਾਜ ਜੀ ਉਧਰ ਪੈਂਦੇ ਖਾਂ ਜਰਨੈਲ ਹੱਥੋਂ ਹੱਥੀ ਹੋਏ ਤੇ ਪੈਂਦੇ ਖਾਂ ਦੀ ਹਾਰ ਜਿਹੜੀ ਸੀ ਉਹਨਾਂ ਦੀ ਕੌਮ ਦੀ ਹਾਰ ਹੋਈ। ਐਵੇਂ ਜਦੋਂ ਇੱਕ ਜਰਨੈਲ ਇੱਕ ਰਾਜਾ ਹੀ ਮੰਨਦਾ ਸੀ ਤੇ ਦੂਜਾ ਖੁਦ ਹੀ ਮੰਨ ਜਾਂਦਾ ਸੀਗਾ। ਔਰੰਗਜ਼ੇਬ ਨੇ ਸੋਚਿਆ ਤੇ ਕੰਮ ਮੇਰਾ ਬੜਾ ਸੌਖਾ ਹੋ ਗਿਆ, ਬਹੁਤ ਸੌਖਾ ਹੈ, ਮੈਂ ਤਾਂ ਇਹਨਾਂ ਨੂੰ ਬਹੁਤ ਜਲਦੀ। ਤੇ ਇਹ ਘਟਨਾ ਉਸ ਸਮੇਂ ਦੀ ਹੈ ਜਿਸ ਸਮੇਂ ਔਰੰਗਜ਼ੇਬ ਹਿੰਦੁਸਤਾਨ ਵਿਖੇ ਨਹੀਂ, ਇਹ ਕਾਬਲ ਤੇ ਪਿਸ਼ੌਰ ਵਿਖੇ ਹੋਈ ਬਗਾਵਤ ਨੂੰ ਰੋਕਣ ਵਾਸਤੇ ਗਿਆ ਸੀ। ਉੱਥੇ ਮੈਸੇਜ ਗਿਆ, ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਕਿ ਇਹਨਾਂ ਦੇ ਗੁਰੂ ਤੇਗ ਬਹਾਦਰ ਨੂੰ ਪਕੜ ਕੇ ਗ੍ਰਿਫਤਾਰ ਕੀਤਾ ਜਾਵੇ। ਗ੍ਰਿਫਤਾਰੀ ਦੇਣ ਵਾਸਤੇ ਮੇਰੇ ਸਤਿਗੁਰੂ ਜੀ 5 ਸਿੱਖ ਆਪਣੇ ਨਾਲ ਲੈ ਕੇ ਖੁਦ ਚੱਲਦੇ ਹਨ, ਜਿਨ੍ਹਾਂ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਤੇ ਨਾਲ ਭਾਈ ਗੁਰਦਿੱਤਾ ਜੀ।
ਇਹ ਪੰਜ ਸਿੱਖ ਜਿਹੜੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਾਂਦੇ ਹਨ, ਆਖਿਰਕਾਰ ਆਗਰੇ ਦੀ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਗ੍ਰਿਫਤਾਰੀ ਦਿੰਦੇ ਹਨ। ਗ੍ਰਿਫਤਾਰੀ ਉੱਥੋਂ ਜਦੋਂ ਗ੍ਰਿਫਤਾਰ ਕਰਕੇ ਇਹਨਾਂ ਨੂੰ ਦਿੱਲੀ ਲੈ ਕੇ ਆਏ, ਫਿਰ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਮੈਸੇਜ ਗਿਆ ਕਿ ਅਸੀਂ ਗ੍ਰਿਫਤਾਰ ਕਰ ਲਿਆ ਹੈ, ਕਿਉਂਕਿ ਉਸ ਸਮੇਂ ਗ੍ਰਿਫਤਾਰੀ ਦੇ ਵਿੱਚ ਵੀ ਕੁਝ ਸਮਾਂ ਲੱਗਦਾ ਹੈ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਨਾ, ਉਹ 11 ਨਵੰਬਰ 1675 ਨੂੰ ਹੁੰਦੀ ਹੈ, ਤੇ ਗ੍ਰਿਫਤਾਰੀ ਦੇ ਜਿਹੜੇ ਹੁਕਮ ਹਨ ਉਹ 1674 ਦੇ ਵਿੱਚ ਹੋ ਜਾਂਦੇ ਹਨ। ਤੇ ਸਤਿਗੁਰੂ ਜੀ ਪੰਜ ਸਿੱਖਾਂ ਨੂੰ ਲੈ ਕੇ ਪ੍ਰਚਾਰ ਕਰਦੇ ਹੋਏ, ਕਿਉਂਕਿ ਪਤਾ ਅਸੀਂ ਗ੍ਰਿਫਤਾਰੀ ਦੇਣੀ ਹੈ, ਲੇਕਿਨ ਪ੍ਰਚਾਰ ਕਰਦੇ ਹੋਏ ਜਿਹੜਾ ਹੈ ਅਲੱਗ-ਅਲੱਗ ਇਲਾਕਿਆਂ ਥਾਣੀ ਹੁੰਦੇ ਹੋਏ ਜਾ ਰਹੇ ਹਨ। ਸਤਿਗੁਰੂ ਜੀ ਆਗਰੇ ਦੀ ਧਰਤੀ ਵੱਲ ਨੂੰ ਇਸ ਕਰਕੇ ਗਏ ਕਿਉਂਕਿ ਅਜੇ ਉਹਨਾਂ ਨੂੰ ਪਤਾ ਹੈ ਔਰੰਗਜ਼ੇਬ ਦਿੱਲੀ ਨਹੀਂ ਹੈ, ਜਦ ਤੱਕ ਔਰੰਗਜ਼ੇਬ ਦਿੱਲੀ ਆਵੇਗਾ ਅਸੀਂ ਉਦੋਂ ਤੱਕ ਪ੍ਰਚਾਰ ਕਰਕੇ ਤੇ ਵਾਪਸ ਦਿੱਲੀ ਨੂੰ ਪਰਤਾਵਾਂਗੇ। ਲੇਕਿਨ ਔਰੰਗਜ਼ੇਬ ਦੇ ਹੁਕਮ ਅਨੁਸਾਰ ਸਤਿਗੁਰੂ ਜੀ ਨੂੰ ਆਗਰੇ ਦੀ ਧਰਤੀ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਗੁਰੂ ਮਹਾਰਾਜ ਜੀ ਬੁਝਦਿਲ ਇਸ ਹਿੰਦੁਸਤਾਨ ਦੇ ਕੌਮ ਦੇ ਅੰਦਰ ਹਿੰਮਤ ਪਾਵਰ ਸੂਰਬੀਰਤਾ ਭਰਨ ਵਾਸਤੇ ਉਪਦੇਸ਼ ਦਿੰਦੇ ਹਨ। ਭੈ ਕਾਹੂ ਕੋ ਦੇਤ ਨਾ ਨਹਿ ਭੈ ਮਾਨ ਤਾਨ, ਕਿ ਬਈ ਨਾ ਕਿਸੇ ਪਾਸੋਂ ਡਰਨਾ ਹੈ ਤੇ ਨਾ ਡਰਾਉਣਾ ਹੈ। ਜੇ ਔਰੰਗਜ਼ੇਬ ਡਰਾ ਰਿਹਾ ਹੈ ਇਹ ਵੀ ਗੁਨਾਹ ਹੈ, ਤੇ ਜੇ ਡਰ ਰਹੇ ਹਾਂ ਤੇ ਇਹ ਵੀ ਗੁਨਾਹ ਹੈ। ਜਿੱਥੇ ਡਰਾਉਣਾ ਜਿਹੜਾ ਉਹ ਜ਼ਬਰ ਹੈ, ਜ਼ੁਲਮ ਹੈ, ਤੇ ਡਰਨਾ ਵੀ ਜ਼ੁਲਮ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਵੀ ਹਦਾਇਤ ਦਿੱਤੀ ਹੈ ਕਿ ਭਾਈ ਭੈ ਕਾਹੂ ਕੋ ਦੇਤ ਨਾ ਨਹਿ ਭੈ ਮਾਨ ਤਾਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨੀ ਉਹ ਹੈ ਜਿਹੜਾ ਨਾ ਕਿਸੇ ਤੋਂ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਹੈ। ਇਸ ਤਰੀਕੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਮੇਰੇ ਸਤਿਗੁਰੂ ਜੀ ਨੇ ਜਦੋਂ ਗ੍ਰਿਫਤਾਰ ਕਰਕੇ ਦਿੱਲੀ ਵਿਖੇ ਲੈ ਕੇ ਆਏ, ਔਰੰਗਜ਼ੇਬ ਪਾਸ ਜਦੋਂ ਖਬਰ ਪਹੁੰਚੀ ਕਿ ਗ੍ਰਿਫਤਾਰ ਕਰ ਲਿਆ ਹੈ, ਔਰੰਗਜ਼ੇਬ ਨੇ ਆਖਿਆ ਫਿਰ ਸਮਾਂ ਨਾ ਲਗਾਓ, ਟਾਈਮ ਨਾ ਲਗਾਓ। ਚਾਹੇ ਔਰੰਗਜ਼ੇਬ ਇਸ ਧਰਤੀ ਤੇ ਦਿੱਲੀ ਨਹੀਂ ਹੈ, ਉਸਨੇ ਹੁਕਮਨਾਮਾ ਜਾਰੀ ਕਰਤਾ ਕਿ ਜਲਦੀ ਤੋਂ ਜਲਦੀ ਸ਼ਹੀਦ ਕਰ ਦਿੱਤਾ ਜਾਵੇ ਤਾਂ ਕਿ ਆਪਣਾ ਜਿਹੜਾ ਕੰਮ ਕਾਰਜ ਹੈ ਸੁਖਾਲਾ ਹੋ ਜਾਵੇ। ਤੇ ਸਮਾਣੇ ਦੇ ਜਲਾਦ ਜਲਾਲੂਦੀਨ ਨੂੰ ਜਿਹੜਾ ਹੈ ਜਲਾਲੂਦੀਨ ਨੂੰ ਚੁਣਿਆ ਗਿਆ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਪਹਿਲਾਂ ਉਹਨਾਂ ਦੇ 3 ਗੁਰਸਿੱਖ ਜਿਹੜੇ ਨਾਲ ਗ੍ਰਿਫਤਾਰ ਹੋਏ ਹਨ, ਉਹ ਭਾਈ ਊਦਾ ਜੀ ਤੇ ਭਾਈ ਗੁਰਦਿੱਤਾ ਜੀ 2 ਹੋਰ ਸਨ। ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਤੋਂ ਵੱਖ ਕਰ ਦਿੱਤਾ ਕਿ ਤੁਸੀਂ ਸਾਡੇ ਨਾਲ ਗ੍ਰਿਫਤਾਰੀ ਨਹੀਂ ਦੇਣੀ, ਜੋ ਸਾਡੇ ਨਾਲ ਘਟਨਾ ਹੋਵੇਗੀ ਉਹ ਸਾਰੀ ਘਟਨਾ ਦੀ ਸੂਚਨਾ ਜਿਹੜੀ ਹੈ ਤੁਸੀਂ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਪਹੁੰਚਾਉਣੀ ਹੈ। ਆਖਿਰਕਾਰ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ। 1 ਦਿਨ ਪਹਿਲਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲੇ ਜੀ ਨੂੰ ਗੁਰੂ ਜੀ ਦੇ ਸਨਮੁਖ ਲਿਆ ਕੇ ਸ਼ਹੀਦ ਕਰ ਰਹੇ ਹਨ। ਤੇ ਸੱਚ ਜਾਣਿਓ, ਜਿਸ ਪਿੰਜਰੇ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੰਦੀ ਬਣਾਇਆ ਗਿਆ ਹੈ, ਉਸ ਪਿੰਜਰੇ ਦੇ ਵਿੱਚ ਇਸ ਤਰੀਕੇ ਦੇ ਤਿੱਖੇ ਸੂਲ ਲਗਾਏ ਗਏ ਹਨ ਕਿ ਮੇਰੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾ ਬੈਠ ਸਕਦੇ ਹਨ, ਨਾ ਘੁੰਮ ਸਕਦੇ ਹਨ। ਜਿਵੇਂ ਖੜੇ ਹਨ ਉਵੇਂ ਖੜੇ ਉਸ ਰਹਿਣਗੇ। ਜੇ ਮਾਸਾ ਜਿਹਾ ਵੀ ਤਨ ਹਿਲਾਉਂਦੇ ਹਨ ਤੇ ਉਹ ਤਿੱਖੇ ਸੂਲ ਸਤਿਗੁਰੂ ਜੀ ਦੇ ਸਰੀਰ 'ਚ ਚੁਭਦੇ ਹਨ। ਸਾਹਿਬ ਜੀ ਦੇ ਸਾਹਮਣੇ 3 ਗੁਰਸਿੱਖਾਂ ਨੂੰ ਲੈ ਕੇ ਆਏ। ਕੱਲ ਦੇ ਦਿਨ ਉਹਨਾਂ ਗੁਰਸਿੱਖਾਂ ਦੀ ਸ਼ਹਾਦਤ ਸੀ। ਭਾਈ ਮਤੀ ਦਾਸ ਜੀ ਨੂੰ ਪਹਿਲੋਂ ਲੈ ਕੇ ਆਏ, ਕਹਿਣ ਲੱਗੇ ਮਤੀ ਦਾਸ ਕੀ ਲੈਣਾ ਇਸ ਗੁਰੂ ਤੋਂ? ਦੇਸ਼ ਤੇਰਾ ਗੁਰੂ ਤੇ ਖੁਦ ਪਿੰਜਰੇ 'ਚ ਬੰਦ ਹੈ। ਜੇ ਤੂੰ ਚਾਹੁੰਦਾ ਹੈ ਕਿ ਤੇਰੀ ਇਹ ਜਵਾਨੀ ਐਵੇਂ ਹੀ ਬਚ ਜਾਵੇ ਤੇ ਤੂੰ ਇਸਲਾਮ ਨੂੰ ਕਬੂਲ ਕਰ ਲੈ। ਭਾਈ ਮਤੀ ਦਾਸ ਜੀ ਕਹਿਣ ਲੱਗੇ ਨਹੀਂ। ਕਹਿੰਦੇ ਦੇਖ ਆਰਾਈ, ਇਸ ਆਰੇ ਦੇ ਨਾਲ ਅੱਜ ਤੱਕ ਲੱਕੜਾਂ ਹੀ ਚੀਰੀਆਂ ਹਨ, ਲੇਕਿਨ ਅੱਜ ਤੈਨੂੰ ਚੀਰ ਕੇ ਰੱਖ ਦੇਵਾਂਗੇ। ਭਾਈ ਮਤੀ ਦਾਸ ਜੀ ਹੱਸ ਕੇ ਕਹਿਣ ਲੱਗੇ, ਕਿਸੇ ਕਵੀ ਨੇ ਲਿਖਿਆ, ਮਤੀ ਦਾਸ ਮਤਾ ਹੋਇਆ ਮਾਹੀ ਦੇ ਪਿਆਰ ਵਿੱਚ। ਆਰੇ ਨੂੰ ਮਜ਼ਾਕ ਕਰਕੇ ਕਹਿੰਦਾ ਹੈ ਕਿਉਂਕਿ ਅੰਦਰ ਮੌਤ ਦਾ ਡਰ ਨਹੀਂ, ਭੈ ਨਹੀਂ, ਕਿਉਂਕਿ ਬਾਣੀ ਪੜ੍ਹਦੇ ਹਨ, ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਜਪ ਕੇ ਡਰ ਮੌਤ ਦੇ ਵੀ ਮਿਟਾ ਚੁੱਕੇ ਸਨ ਗੁਰਸਿੱਖ ਪਿਆਰੇ। ਕਹਿੰਦੇ ਮਤੀ ਦਾਸ ਮਤਾ ਹੋਇਆ ਮਾਹੀ ਦੇ ਪਿਆਰ ਵਿੱਚ। ਕਹਿਣ ਲੱਗਾ ਗੱਲ ਸੁਣ ਜਾਣ ਤੋਂ ਪਿਆਰਿਆ, ਲੱਕੜਾਂ ਤੇ ਚੱਲਦਾ ਤੇ ਚੱਲਦਾ ਹੀ ਰਹੇਗਾ। ਸੀਸ ਉੱਤੇ ਨਿਤ ਨਿਤ ਤੂੰ ਚੱਲਣਾ ਏ ਆਰਿਆ, ਸੀਸ ਉੱਤੇ ਨਿਤ ਨਿਤ ਤੂੰ ਚੱਲਣਾ ਏ ਆਰਿਆ।
ਕਹਿਣ ਲੱਗੇ ਆਰੇ ਨੂੰ ਵੀ ਮਖੌਲ ਕੀਤੀ ਕਿ ਤੂੰ ਲੱਕੜਾਂ ਤੇ ਚੱਲਦਾ ਰਹੇਂਗਾ, ਅੱਜ ਤੱਕ ਸੀਸ ਤੇ ਨਹੀਂ ਚੱਲਿਆ, ਅੱਜ ਤੂੰ ਗੁਰਸਿੱਖ ਦੇ ਸੀਸ ਤੇ ਚੱਲੇਂਗਾ। ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਰੱਖਿਆ। ਜਲਾਦਾਂ ਨੇ ਜਿਵੇਂ ਲੱਕੜ ਚੀਰੀ ਦੀ ਹੈ, ਉਵੇਂ ਭਾਈ ਮਤੀ ਦਾਸ ਜੀ ਦੇ ਸੀਸ ਤੋਂ ਆਰਾ ਰੱਖ ਕੇ ਚਲਾਉਣਾ ਆਰੰਭ ਕੀਤਾ। ਆਪ ਜੀ ਫੋਟੋਆਂ ਦੇਖਦੇ ਹੋ, ਵੀਡੀਓ ਵੀ ਅੱਜ ਕੱਲ ਬਣੀਆਂ ਪਈਆਂ ਦੇਖਦੇ ਹੋ। ਇਹ ਵੇਖਣਾ ਤੇ ਕਹਿਣਾ ਤੇ ਦੱਸਣਾ ਬੜਾ ਸੌਖਾ ਹੈ ਪਿਆਰਿਓ। ਕਦੇ ਕੰਡਾ ਵੀ ਇਸ ਜਦੋਂ ਸਰੀਰ 'ਚ ਚੁਭਦਾ ਤੇ ਦਰਦ ਬੜੀ ਹੁੰਦੀ ਹੈ, ਤੇ ਜਦੋਂ ਆਰੇ ਦੇ ਦੰਦੇ ਇਸ ਤਨ ਦੇ ਉੱਤੇ ਇਸ ਸੀਸ ਤੇ ਚੱਲੇ ਹੋਣਗੇ ਤੇ ਉਹ ਦਰਦ, ਉਹ ਪੀੜਾ, ਉਹ ਗੁਰਸਿੱਖ ਪਿਆਰੇ ਹੀ ਜਾਣਦੇ ਹਨ ਕਿ ਕਿਵੇਂ ਸਹਿਣ ਕੀਤੀ ਹੋਵੇਗੀ। ਆਖਿਰਕਾਰ ਕਹਿੰਦੇ ਦੋ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਰਹੇ ਹਨ। ਉਹਨਾਂ ਨੇ ਆਰਾ ਚਲਾਉਣਾ ਆਰੰਭ ਕੀਤਾ। ਆਰਾ ਚੱਲਦਾ ਰਿਹਾ, ਭਾਈ ਮਤੀ ਦਾਸ ਜੀ ਬਾਣੀ ਪੜ੍ਹਦੇ ਰਹੇ। ਆਖਿਰਕਾਰ ਆਰੇ ਨੇ ਦੋ ਫਾੜ ਕਰ ਦਿੱਤੇ। ਕਹਿੰਦੇ ਬਾਣੀ ਦੇ ਨਾਲ ਇੰਨਾ ਪਿਆਰ ਸੀ, ਦੋ ਫਾੜਾਂ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ, ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਆਖਿਰਕਾਰ ਭਾਈ ਦਿਆਲਾ ਜੀ ਨੂੰ ਕਹਿਣ ਲੱਗੇ, ਦੇਖ ਭਾਈ ਦਿਆਲਾ, ਤੇਰੇ ਇੱਕ ਸਾਥੀ ਨੂੰ ਅਸੀਂ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਹੈ। ਭਾਈ ਸਤੀ ਦਾਸ ਜੀ ਨੂੰ ਕਹਿਣ ਲੱਗੇ, ਭਾਈ ਸਤੀ ਦਾਸ ਦੇਖ, ਤੇਰੇ ਭਰਾ ਨੂੰ ਅਸੀਂ ਕਿਵੇਂ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ, ਕਿਉਂਕਿ ਭਾਈ ਸਤੀ ਦਾਸ ਤੇ ਭਾਈ ਮਤੀ ਦਾਸ ਜਿਹੜੇ ਉਹ ਭਰਾ ਸੀ। ਕਹਿਣ ਲੱਗੇ ਕਿ ਜੇ ਤੁਸੀਂ ਚਾਹੁੰਦੇ ਹੋ ਬਚਣਾ ਤੇ ਅਜੇ ਵੀ ਤੁਹਾਡੇ ਵਾਸਤੇ ਸਮਾਂ ਹੈ। ਕਹਿਣ ਲੱਗੇ ਨਹੀਂ, ਜਿੱਥੇ ਸਾਡਾ ਭਰਾ ਗਿਆ ਉੱਥੇ ਅਸੀਂ ਜਾਵਾਂਗੇ। ਭਾਈ ਦਿਆਲੇ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ। ਪਿਆਰਿਓ, ਦੇਗ ਵਿੱਚ ਉਬਾਲਣਾ, ਕਹਿਣਾ ਤੇ ਸੁਣਨਾ, ਵੇਖਣਾ ਸੌਖਾ ਹੈ, ਕਿਤੇ ਗਰਮ ਪਾਣੀ ਵੀ ਪੈ ਜਾਵੇ ਨਾ ਤੇ ਚੀਕਾਂ ਨਿਕਲਦੀਆਂ ਹਨ। ਧੰਨ ਉਹ ਭਾਈ ਦਿਆਲਾ ਜੀ ਕਿਵੇਂ ਚੌਂਕੜਾ ਮਾਰ ਕੇ ਦੇਗ 'ਚ ਬੈਠ ਕੇ ਬਾਣੀ ਪੜ੍ਹ ਰਹੇ ਹਨ। ਜ਼ਾਲਮਾਂ ਨੇ ਅੱਗ ਬਾਲਣੀ ਚਾਲੂ ਕਰ ਦਿੱਤੀ। ਭਾਈ ਦਿਆਲਾ ਜੀ ਨੇ ਧਿਆਨ ਆਪਣਾ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ 'ਚ ਟਿਕਾਤਾ। ਜਿਵੇਂ ਕਦੇ ਗੁਰੂ ਅਰਜਨ ਪਾਤਸ਼ਾਹ ਨੂੰ ਦੇਗ ਵਿੱਚ ਉਬਾਲਿਆ ਗਿਆ, ਤਤੀ ਤਵੀ ਤੇ ਬਿਠਾਲਿਆ ਗਿਆ, ਰੇਤ ਪਾਈ, ਉਹ ਸ਼ਹਾਦਤ ਨੂੰ ਯਾਦ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਨਾਲ ਜੁੜੇ ਹਨ। ਤੇ ਜ਼ਾਲਮਾਂ ਨੇ ਵੇਖਿਆ ਕਿ ਇੰਨਾ ਪਾਣੀ ਗਰਮ ਹੋ ਗਿਆ ਤੇ ਭਾਈ ਦਿਆਲਾ ਜੀ ਦੇ ਮੁਖ ਤੋਂ ਸੀ ਤੱਕ ਨਹੀਂ ਉਚਰੀ। ਉਹਨਾਂ ਨੇ ਉਸ ਦੇਗ ਦੇ ਉੱਤੇ ਢੱਕਣ ਰੱਖ ਕੇ ਬੰਦ ਕਰ ਦਿੱਤਾ, ਤੇ ਜਦੋਂ ਖੋਲਿਆ ਢੱਕਣ ਤੇ ਦੇਖਿਆ ਭਾਈ ਦਿਆਲਾ ਜੀ ਦਾ ਸਰੀਰ ਜਿਹੜਾ ਸੀ ਉਹ ਪਾਣੀ ਦੇ ਨਾਲ ਗਲ ਗਿਆ, ਕੱਲੀਆਂ ਹੱਡੀਆਂ ਹੀ ਰਹਿ ਗਈਆਂ ਸਨ। ਭਾਈ ਦਿਆਲਾ ਜੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਪਰਮਾਤਮਾ ਦੇ ਚਰਨਾਂ 'ਚ ਲੀਨ ਹੋ ਗਏ। ਭਾਈ ਸਤੀ ਦਾਸ ਨੂੰ ਆਖਿਆ, ਭਾਈ ਸਤੀ ਦਾਸ ਦੇਖ, ਤੇਰੇ ਸਾਥੀਆਂ ਨੂੰ, ਤੇਰੇ ਭਰਾਵਾਂ ਨੂੰ ਕਿਵੇਂ ਜਿਹੜਾ ਸ਼ਹੀਦ ਕੀਤਾ ਗਿਆ ਹੈ। ਸਮਾਂ ਤੇਰਾ ਹੈ, ਵਾਰੀ ਤੇਰੀ ਹੈ, ਕਿਉਂਕਿ ਸਮਾਂ ਬਹੁਤ ਘੱਟ ਹੈ। ਮੈਂ ਇਸ ਕਰਕੇ ਸੰਖੇਪ ਵਿੱਚ ਆਪ ਜੀ ਨਾਲ ਇਤਿਹਾਸ ਸਾਂਝ ਪਾ ਰਿਹਾ ਹੈ। ਭਾਈ ਸਤੀ ਦਾਸ ਜੀ ਨੂੰ ਕਹਿਣ ਲੱਗੇ, ਤੇਰੇ ਵਾਸਤੇ ਇਹ ਤੋਂ ਵੀ ਦਰਦਨਾਕ ਮੌਤ ਹੋਵੇਗੀ। ਕਹਿਣ ਲੱਗੇ, ਇਹਨਾਂ ਤੋਂ ਦਰਦਨਾਕ ਹੋਰ ਕੀ ਹੋ ਸਕਦਾ ਹੈ। ਕਹਿੰਦੇ ਆ ਰੂਹ ਦੇਖ ਰਿਹਾ, ਰੂਹ 'ਚ ਬੰਨ ਕੇ ਸਾੜਿਆ ਜਾਵੇਗਾ, ਅਜੇ ਵੀ ਸਮਾਂ ਹੈ। ਭਾਈ ਸਤੀ ਦਾਸ ਜੀ ਕਹਿੰਦੇ ਨਹੀਂ, ਹੁਣ ਸਮਾਂ ਬੀਤ ਗਿਆ ਹੈ, ਹੁਣ ਤੇ ਸਮਾਂ ਹੈ ਮੈਨੂੰ ਉਸ ਮਾਲਕ ਦੇ ਚਰਨਾਂ ਵਿੱਚ ਪਹੁੰਚਣ ਦਾ। ਭਾਈ ਸਤੀ ਦਾਸ ਜੀ ਨੇ ਉਹਨਾਂ ਦੀ ਗੱਲ ਨਾ ਸੁਣਦੇ ਹੋਏ ਜਪਜੀ ਸਾਹਿਬ ਬਾਣੀ ਦਾ ਪਾਠ ਕਰ ਰਹੇ ਹਨ। ਉਹਨਾਂ ਨੇ ਰੂਹ ਲਪੇਟਣਾ ਆਰੰਭ ਕਰ ਦਿੱਤਾ। ਰੂਹ ਲਪੇਟ ਕੇ ਤੇ ਅੱਗ ਕਿੱਧਰੋਂ ਲਾ ਰਹੇ ਹਨ? ਪੈਰਾਂ ਵੱਲੋਂ, ਕਿਉਂਕਿ ਪੈਰਾਂ ਵੱਲੋਂ ਹੌਲੀ ਹੌਲੀ ਰੂਹ ਸੁਲਗੇਗਾ, ਸੜਨ ਹੋਵੇਗੀ। ਜਲਦੇ ਜਲਦੇ ਹੋ ਸਕਦਾ ਹੈ ਕਿ ਜਦੋਂ ਸੇਕ ਲੱਗੇ ਤੇ ਭਾਈ ਸਤੀ ਦਾਸ ਕਹਿ ਦੇਣ ਕਿ ਬਸ ਕਰੋ, ਰੂਹ ਖੋਲ ਦੋ, ਮੈਂ ਇਸਲਾਮ ਕਬੂਲ ਕਰ ਲੈਣਾ। ਲੇਕਿਨ ਉਹ ਕੀ ਜਾਣਦੇ ਸਨ ਕਿ ਇਹ ਉਸ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਹਨ ਜਿਹੜੇ ਕਦੇ ਡੋਲਣ ਵਾਲੇ ਨਹੀਂ। ਅੱਗ ਪੈਰਾਂ ਵੱਲੋਂ ਹੌਲੀ ਹੌਲੀ ਸਾੜਦੀ ਹੋਈ, ਮਾਸ ਨੂੰ ਸਾੜਦੀ ਹੋਈ ਹੱਡੀਆਂ ਹੀ ਛੱਡਦੀ ਹੈ ਤੇ ਤਾਂ ਨੂੰ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਜਿਉਂ-ਜਿਉਂ ਅੱਗ ਵੱਧ ਰਹੀ ਹੈ, ਤਿਉਂ-ਤਿਉਂ ਭਾਈ ਸਤੀ ਦਾਸ ਜੀ ਗੁਰਬਾਣੀ ਦਾ ਜਾਪ ਕਰਦੇ ਜਾ ਰਹੇ ਹਨ। ਆਖਿਰਕਾਰ ਅੱਗ ਨੇ ਪੈਰਾਂ ਤੋਂ ਲੈ ਕੇ ਸੀਸ ਤੱਕ ਸਾੜ ਕੇ ਤਨ ਨੂੰ ਸੁਆਹ ਕਰ ਦਿੱਤਾ। ਤੇ ਜਲਾਦ ਜਲਾਲੂਦੀਨ ਸਮਾਣੇ ਦਾ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਗਿਆ, ਤਲਵਾਰ ਲੈ ਕੇ ਕਹਿੰਦਾ ਹੈ, ਅਜੇ ਤੁਹਾਡੀ ਉਮਰ ਜਿਹੜੀ ਹੈ ਨਾ, ਇਹ ਕਾਲਾ ਦਾੜਾ ਹੈ, ਉਮਰ ਬਹੁਤੀ ਨਹੀਂ। ਤੁਸੀਂ ਕੀ ਲੈਣਾ ਇਹਨਾਂ ਹਿੰਦੂਆਂ ਪਾਸੋਂ? ਤੁਸੀਂ ਕੀ ਲੈਣਾ ਇਹਨਾਂ ਜਨੇਊ ਵਾਲੇ, ਜਨੇਊ ਧਾਰੀਆਂ ਪਾਸੋਂ?
ਨਾਲੇ ਤੁਹਾਡੇ ਬਾਬੇ ਗੁਰੂ ਨਾਨਕ ਨੇ ਤੇ ਜਨੇਊ ਦਾ ਖੰਡਨ ਕੀਤਾ ਸੀ, ਉਹੀ ਕੰਮ ਅਸੀਂ ਕਰ ਰਹੇ ਹਾਂ। ਬਾਬੇ ਨੇ ਜਨੇਊ ਪਾਇਆ ਨਹੀਂ ਸੀਗਾ, ਅਸੀਂ ਪਾਇਆ ਵੀ ਉਤਾਰ ਰਹੇ ਹਾਂ। ਤੇਰਾ ਵੀ ਸੰਬੰਧ ਜਨੇਊ ਨਾਲ ਨਹੀਂ, ਸਾਡਾ ਵੀ ਜਨੇਊ ਨਾਲ ਨਹੀਂ। ਇਸ ਕਰਕੇ ਤੂੰ ਇਹਨਾਂ ਦੇ ਧਰਮ ਵਾਸਤੇ ਆਪਣੇ ਸਿੱਖ ਕੁਰਬਾਨ ਕਰਾ ਲੈ। ਹੁਣ ਆਪ ਸ਼ਹਾਦਤ ਦੇਣ ਜਾ ਰਿਹਾ ਹੈ, ਇਹ ਤਲਵਾਰ ਮੇਰੇ ਹੱਥ ਵਿੱਚ ਹੀ, ਇਹਨੇ ਲਿਹਾਜ਼ ਨਹੀਂ ਕਰਨਾ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਸੁਣ ਪਿਆਰਿਆ, ਗੱਲ ਜਨੇਊ ਦੀ ਨਹੀਂ ਹੈ, ਗੱਲ ਪਹਿਨਣ ਜਾਂ ਨਾ ਪਹਿਨਣ ਦੀ ਨਹੀਂ ਹੈ, ਗੱਲ ਤੇ ਜੁਰਮ ਕਰਨ ਦੀ। ਹਾਂ, ਮੇਰੇ ਬਾਬੇ ਨਾਨਕ ਨੇ ਕਦੇ ਜਨੇਊ ਨਹੀਂ ਪਹਿਨਿਆ, ਤੇ ਅੱਜ ਤੁਸੀਂ ਜੁਰਮ ਕਰਕੇ ਜ਼ਬਰਦਸਤੀ, ਜੇ ਉਦੋਂ ਉਸ ਸਮੇਂ ਪੰਡਤ ਹਰਦਿਆਲ ਜਨੇਊ ਪਾਉਂਦਾ ਸੀਗਾ ਤੇ ਉਸ ਸਮੇਂ ਮੇਰੇ ਸਤਿਗੁਰੂ ਜੀ ਨੇ ਪਹਿਨਿਆ ਨਹੀਂ, ਅੱਜ ਤੁਸੀਂ ਜੇ ਜ਼ਬਰਦਸਤੀ ਲਾਉਂਦੇ ਤੇ ਮੈਂ ਫਿਰ ਲਾਉਣ ਨਹੀਂ ਦੇਣਾ। ਮੇਰੇ ਹੁੰਦਿਆਂ ਹੋਇਆਂ ਮੈਂ ਨਹੀਂ ਜਨੇਊ ਲਾਉਣ ਦਵਾਂਗਾ। ਜੇ ਤੁਹਾਡੇ 'ਚ ਪਾਵਰ ਹੈ ਤੇ ਤੁਸੀਂ ਲਹਾ ਕੇ ਵੇਖ ਲਓ। ਕਹਿਣ ਲੱਗੇ, ਸ਼ਰਤ ਇਹ ਹੈ ਤੇਰੇ ਵਾਸਤੇ, ਜਲਾਲੁਦੀਨ ਜਲਾਦ ਕਹਿੰਦਾ ਕਿ 2-3 ਸ਼ਰਤਾਂ ਹਨ, ਜਾਂ ਤੇ ਤੁਸੀਂ ਇਸਲਾਮ ਨੂੰ ਕਬੂਲ ਕਰੋ। ਸਤਿਗੁਰੂ ਜੀ ਕਹਿੰਦੇ, ਨਹੀਂ, ਇੰਜ ਨਹੀਂ ਹੋਵੇਗਾ। ਮੈਂ ਹਿੰਦੂ ਵੀਰਾਂ ਨੂੰ, ਹਿੰਦੂ ਧਰਮ ਨੂੰ ਭਰੋਸਾ ਦਿੱਤਾ, ਉਹਨਾਂ ਦੀ ਬਾਹ ਪਕੜੀ ਹੈ, ਤੇ ਮੈਂ ਬੇਭਰੋਸਾ ਨਹੀਂ ਹੋਣ ਦਵਾਂਗਾ, ਉਹਨਾਂ ਦੇ ਧਰਮ ਦੇ ਬੇੜਾ ਡੁੱਬਣ ਨਹੀਂ ਦਵਾਂਗਾ। ਇਹ ਗੱਲ ਨਹੀਂ ਹੋਵੇਗੀ ਕਿ ਮੈਂ ਇਸਲਾਮ ਕਬੂਲ ਕਰਾਂ। ਦੂਜੇ ਕਹਿਣ ਲੱਗੇ, ਚਲੋ ਇਸਲਾਮ ਕਬੂਲ ਨਾ ਕਰੋ, ਕੋਈ ਕਰਾਮਾਤ ਵਿਖਾ ਦਿਓ, ਕਿਉਂਕਿ ਇਸਲਾਮ ਧਰਮ ਦੇ ਵਿੱਚ ਪੀਰ ਉਹਨਾਂ ਨੂੰ ਮੰਨਿਆ ਜਾਂਦਾ ਸੀਗਾ ਜਿਹੜੇ ਕੋਈ ਕਰਾਮਾਤਾਂ ਵਿਖਾਲਦੇ ਸਨ। ਸਤਿਗੁਰੂ ਜੀ ਕਹਿੰਦੇ, ਨਹੀਂ, ਬਾਬੇ ਨਾਨਕ ਦੇ ਘਰ ਕਰਾਮਾਤ, ਕਾਇਰਤਾ ਦਾ ਨਾਮ ਇੱਥੇ ਕਰਾਮਾਤ ਨਹੀਂ ਵਿਖਾਲਣੀ। ਕਹਿੰਦੇ, ਤੀਜੀ ਸ਼ਰਤ ਫਿਰ ਤੁਹਾਡਾ ਸੀਸ ਜੋ ਹੁਕਮ ਹੋਇਆ ਉਹ ਤੁਹਾਡੇ ਤੋਂ ਅਲੱਗ ਕੀਤਾ ਜਾਏਗਾ। ਸਤਿਗੁਰੂ ਜੀ ਕਹਿੰਦੇ, ਜੀ ਸਦਕੇ ਕਰੋ, ਮੈਂ ਤਿਆਰ ਹਾਂ, ਮੈਂ ਤਿਆਰ ਹਾਂ। ਤਲਵਾਰ ਲੈ ਕੇ ਜਲਾਲੁਦੀਨ ਜਿਹੜਾ ਹੈ ਉਹ ਡਰਾਉਂਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ, ਕਹਿੰਦਾ ਤਲਵਾਰ ਨੇ ਲਿਹਾਜ਼ ਨਹੀਂ ਕਰਨਾ। ਮੇਰੇ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ਕਿਸੇ ਕਵੀ ਨੇ ਬੜੇ ਪਿਆਰੇ ਬਚਨ ਲਿਖੇ, ਕਹਿੰਦੇ, ਮੈਂ ਵੀ ਤੇਗ ਤੇ ਕੱਢ ਲਾ ਤੇਗ ਤੂੰ ਵੀ, ਮੈਂ ਵੀ ਤੇਗ ਤੇ ਕੱਢ ਲਾ ਤੇਗ ਤੂੰ ਵੀ, 1-2 ਨਹੀਂ ਪਰਖ ਲਾ 100 ਤੇਗਾ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਨਾਮ ਤੇ ਤਿਆਗਮਲ ਸੀਗਾ ਜੀ। ਇਹ ਤੇਗ ਬਹਾਦਰ ਖਿਤਾਬ ਦਿੱਤਾ ਸੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਸੁਪੁੱਤਰ ਨੂੰ, ਜਦੋਂ ਮੈਦਾਨੇ ਜੰਗ 'ਚ ਤੇਗ ਦੇ ਜੌਹਰ ਵਿਖਾਲੇ ਸਨ। ਇਸ ਕਰਕੇ ਖਿਤਾਬ ਸੀਗਾ ਤੇਗ ਬਹਾਦਰ। ਕਹਿੰਦੇ, ਮੈਂ ਵੀ ਤੇਗ ਤੇ ਕੱਢ ਲਾ ਤੇਗ ਤੂੰ ਵੀ, 1-2 ਨਹੀਂ ਪਰਖ ਲਾ 100 ਤੇਗਾ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ। ਕਹਿੰਦੇ, ਮੇਰੇ ਸਾਹਮਣੇ ਤੇਗਾਂ ਦਾ ਤੇਰਾ ਕੋਈ ਫਰਕ ਨਹੀਂ ਪੈਣਾ। ਮੈਂ ਤੇ ਜੰਮਦੇ ਤੇਗਾਂ ਦੀ ਸ਼ਾਨ ਮਾਣੀ, ਵੇਖ ਬਾਪੂ ਨੇ ਪਹਿਨੀਆਂ 2 ਤੇਗਾਂ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਮੇਰੇ ਬਾਪੂ ਪਿਤਾ ਗੁਰੂ ਹਰਗੋਬਿੰਦ ਜੀ ਨੇ 2 ਤੇਗਾਂ ਪਹਿਨੀਆਂ ਸਨ। ਮੈਂ ਤਾਂ ਜੰਮਦੇ ਤੇਗਾਂ ਦੀ ਸ਼ਾਨ ਮਾਣੀ, ਮੇਰੇ ਬਾਪੂ ਨੇ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇਰਿਆ, ਪਰਖ ਦਾ ਤੇਰਾ ਪਿਓ ਤੇਗਾਂ। ਵੇਖੀ ਆਉਣ ਵਾਲੇ ਭਵਿੱਖ ਦੇ ਅੰਦਰ, ਗੁਰੂ ਤੇਗ ਬਹਾਦਰ ਜੀ ਕਹਿੰਦੇ, ਵੇਖੀ ਆਉਣ ਵਾਲੇ ਭਵਿੱਖ ਦੇ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ, ਤੇਰੀ ਲਹੂਗੀ ਲੱਖਾਂ ਖੋਹ ਤੇਗਾਂ। ਕਹਿੰਦੇ, ਆਉਣ ਵਾਲੇ ਭਵਿੱਖ ਦੇ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ, ਤੇਰੀ ਲਹੂਗੀ ਲੱਖਾਂ ਖੋਹ ਤੇਗਾਂ। ਇਹ ਤੇਗਲਾ ਡਰਾ ਨਾ, ਆਪਣਾ ਕੰਮ ਕਰ। ਇਹ ਬਚਨ ਸੁਣਦੇ ਕਹਿੰਦੇ, ਉਸ ਜਲਾਦ ਨੇ ਇਹੋ ਜਿਹਾ ਵਾਰ ਕੀਤਾ ਸਤਿਗੁਰੂ ਜੀ ਦੇ ਸੀਸ ਦੇ ਉੱਤੇ ਕਿ ਸਤਿਗੁਰੂ ਜੀ ਦੇ ਸੀਸ ਨੂੰ ਧੜ ਤੋਂ ਅਲੱਗ ਕਰ ਦਿੱਤਾ। ਸਮਾਂ ਬਚਦੇ ਹੋਏ ਭਾਈ ਜੈਤਾ ਜੀ ਨੇ ਉਸ ਸੀਸ ਨੂੰ ਆਪਣੇ ਬੁੱਕਲ ਦੇ ਵਿੱਚ ਲੈ ਕੇ ਅਨੰਦਪੁਰ ਸਾਹਿਬ ਪਹੁੰਚਾਇਆ। ਤੇ ਇੱਧਰ ਲੱਖੀ ਸਾਹਿਬ ਨਜ਼ਾਰਾ, ਭਾਈ ਉਦਾ ਜੀ, ਭਾਈ ਨੋਨੀ ਜੀ ਤੇ ਉਹਦਾ ਲੱਖੀ ਸਾਹਿਬ ਨਜ਼ਾਰੇ ਦੇ ਪੁੱਤਰ ਨਗਾਹੀਏ ਨੇ। ਔਰ ਜਿਹੜਾ ਭਾਈ ਲੱਖੀ ਸਾਹਿਬ ਨਜ਼ਾਰਾ ਇੱਕ ਸਰਕਾਰੀ ਵਪਾਰੀ ਸੀਗਾ, ਆਪਣੇ ਗੱਡੇ ਲੈ ਕੇ ਜਦੋਂ ਲਾਲ ਕਿਲੇ ਦੇ ਇਧਰੋਂ ਨਿਕਲਿਆ ਪੂਰੀ ਤਿਆਰੀ ਦੇ ਮੁਤਾਬਕ, ਤੇ ਉਸ ਸਮੇਂ ਭਾਈ ਉਦਾ ਜੀ ਨੇ ਛਾਲ ਮਾਰ ਕੇ ਗੱਡੇ ਦੇ ਵਿੱਚੋਂ ਸਤਿਗੁਰੂ ਜੀ ਦੇ ਧੜ ਨੂੰ ਗੱਡੇ 'ਚ ਲੱਦਿਆ। 100 ਗੱਡਿਆਂ ਤੋਂ ਵੱਧ ਗੱਡੇ ਸਨ। ਤੇ ਕਹਿੰਦੇ ਫਿਰ ਲੱਖੀ ਸਾਹਿਬ ਨਜ਼ਾਰੇ ਨੇ ਲਿਜਾ ਕੇ ਆਪਣੇ ਘਰ ਦੇ ਅੰਦਰ ਸਤਿਗੁਰੂ ਜੀ ਦੇ ਧੜ ਨੂੰ ਰੱਖ ਕੇ ਤੇ ਆਪਣੇ ਘਰ ਨੂੰ ਹੀ ਸਤਿਗੁਰੂ ਜੀ ਦੇ ਧੜ ਦੇ ਨਾਲ ਜਿਹੜਾ ਸੰਸਕਾਰ ਕਰ ਦਿੱਤਾ। ਇਸ ਤਰੀਕੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਹੁੰਦੀ ਹੈ।